प्यारे बच्चों, ਅੱਜ ਅਸੀਂ ਤੀਸਰੀ ਜਮਾਤ ਦੀ ਗਣਿਤ ਦੀ ਕਿਤਾਬ ਦੇ ਵਿੱਚੋਂ ਅਧਿਆਇ ਨੰਬਰ 2 ਨਾਲ ਸੰਬੰਧਿਤ ਕਿਰਿਆਵਾਂ ਨੂੰ ਪੰਨਾ ਨੰਬਰ 41 ਤੋਂ ਸਮਝਣਾ ਸ਼ੁਰੂ ਕਰਾਂਗੇ। ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਕੰਮ। ਆਓ ਸਿੱਖੀਏ ਜੋੜ ਕਰਨ ਦੀਆਂ ਵੱਖ-ਵੱਖ ਵਿਧੀਆਂ। ਤਾਂ ਬੱਚਿਓ, ਅੱਜ ਅਸੀਂ ਜੋੜ ਕਰਨ ਦੀਆਂ ਵੱਖ-ਵੱਖ ਵਿਧੀਆਂ ਬਾਰੇ ਸਿੱਖਾਂਗੇ। ਇਹਨਾਂ ਵਿਧੀਆਂ ਨੂੰ ਸਿੱਖਣ ਤੋਂ ਬਾਅਦ ਅਸੀਂ 2 ਅੰਕਾਂ ਵਾਲੀਆਂ ਸੰਖਿਆਵਾਂ ਦਾ ਜੋੜ ਜ਼ੁਬਾਨੀ ਵੀ ਕਰ ਸਕਦੇ ਹਾਂ। ਤਾਂ ਆਓ ਇਹਨਾਂ ਨੂੰ ਸ਼ੁਰੂ ਕਰਦੇ ਹਾਂ। ਇੱਕ ਸੰਖਿਆ ਨੂੰ ਤੋੜ ਕੇ। ਤਾਂ ਇੱਥੇ ਬੱਚਿਓ ਅਸੀਂ 2 ਸੰਖਿਆਵਾਂ ਦਾ ਜੋੜ ਕਰਨ ਲਈ ਉਹਨਾਂ ਸੰਖਿਆਵਾਂ ਦੇ ਵਿੱਚੋਂ ਕਿਸੇ ਵੀ ਇੱਕ ਸੰਖਿਆ ਨੂੰ ਤੋੜ ਕੇ ਇਹਨਾਂ 2 ਸੰਖਿਆਵਾਂ ਦਾ ਜੋੜ ਕਰਨਾ ਸਿੱਖਾਂਗੇ। ਇੱਥੇ ਸਾਨੂੰ ਕੁਝ ਸਵਾਲ ਹੱਲ ਕਰਕੇ ਦਿਖਾਏ ਗਏ ਹਨ। ਆਓ ਇਹਨਾਂ ਨੂੰ ਸਮਝਦੇ ਹਾਂ। ਸਵਾਲ ਨੰਬਰ 1, 64 ਜਮ੍ਹਾਂ 28। ਤਾਂ ਇੱਥੇ ਬੱਚਿਓ ਅਸੀਂ 64 ਅਤੇ 28 ਦਾ ਜੋੜ ਕਰਨ ਲਈ ਇਹਨਾਂ ਦੇ ਵਿੱਚੋਂ ਛੋਟੀ ਸੰਖਿਆ 28 ਨੂੰ 2 ਟੋਟਿਆਂ ਦੇ ਵਿੱਚ ਤੋੜ ਸਕਦੇ ਹਾਂ। ਜਿਵੇਂ ਕਿ ਇਧਰਲੇ ਪਾਸੇ ਦਿਖਾਇਆ ਗਿਆ ਹੈ ਸੰਖਿਆ 28, ਇਸ ਨੂੰ 2 ਟੋਟੇ 20 ਅਤੇ 8 ਦੇ ਵਿੱਚ ਤੋੜ ਸਕਦੇ ਹਾਂ। ਇਸ ਤੋਂ ਬਾਅਦ ਸਵਾਲ ਨੂੰ ਹੱਲ ਕਰਨ ਲਈ ਅਸੀਂ ਇਸ ਤਰ੍ਹਾਂ ਲਿਖਾਂਗੇ 64 ਜਮ੍ਹਾਂ 20 ਜਮ੍ਹਾਂ 8। 64 ਅਤੇ 20 ਦਾ ਜੋੜ ਕਰਨ ਲਈ ਅਸੀਂ ਇਸ ਤਰ੍ਹਾਂ ਲਿਖਾਂਗੇ 64 ਜਮ੍ਹਾਂ 20 ਅਤੇ ਪਿੱਛੇ 8 ਨੂੰ ਉਸੇ ਤਰ੍ਹਾਂ ਲਿਖ ਦੇਣਾ ਹੈ ਜਮ੍ਹਾਂ 8। ਇਸ ਤੋਂ ਬਾਅਦ 64 ਅਤੇ 20 ਦਾ ਜੋੜ ਬਣਦਾ ਹੈ 84 ਅਤੇ 8 ਨੂੰ ਉਸੇ ਤਰ੍ਹਾਂ ਪਿੱਛੇ ਲਿਖ ਦੇਣਾ ਹੈ ਜਮ੍ਹਾਂ 8। ਅਤੇ ਅਖੀਰ ਦੇ ਵਿੱਚ 84 ਅਤੇ 8 ਦਾ ਜੋੜ ਕਰਕੇ ਬਣਦਾ ਹੈ 92। ਤਾਂ ਇਸ ਤਰ੍ਹਾਂ 64 ਅਤੇ 28 ਦਾ ਜੋੜ ਬਣਿਆ 92। ਆਓ ਹੁਣ ਅੱਗੇ ਚੱਲਦੇ ਹਾਂ। ਅੱਗੇ ਹੈ ਸਵਾਲ ਨੰਬਰ 2, 125 ਜਮ੍ਹਾਂ 29। ਇਹਨਾਂ 2 ਸੰਖਿਆਵਾਂ ਦਾ ਜੋੜ ਕਰਨ ਲਈ ਅਸੀਂ ਇਹਨਾਂ ਦੇ ਵਿੱਚੋਂ ਛੋਟੀ ਸੰਖਿਆ 29 ਨੂੰ 2 ਟੋਟਿਆਂ ਦੇ ਵਿੱਚ ਤੋੜ ਸਕਦੇ ਹਾਂ। ਜਿਵੇਂ ਕਿ ਇਧਰਲੇ ਪਾਸੇ ਸੰਖਿਆ 29 ਨੂੰ 2 ਟੋਟੇ 20 ਅਤੇ 9 ਦੇ ਵਿੱਚ ਤੋੜ ਕੇ ਲਿਖਿਆ ਗਿਆ ਹੈ। ਇਸ ਤੋਂ ਬਾਅਦ ਅਸੀਂ ਸਵਾਲ ਨੂੰ ਹੱਲ ਕਰਨ ਲਈ ਇਸ ਤਰ੍ਹਾਂ ਲਿਖਾਂਗੇ 125 ਜਮ੍ਹਾਂ 20 ਜਮ੍ਹਾਂ 9। ਇਹਨਾਂ ਦੇ ਵਿੱਚੋਂ 125 ਅਤੇ 20 ਦਾ ਜੋੜ ਕਰਨ ਲਈ ਅਸੀਂ ਇਸ ਤਰ੍ਹਾਂ ਲਿਖਾਂਗੇ 125 ਜਮ੍ਹਾਂ 20 ਅਤੇ ਇਸ ਤੋਂ ਬਾਅਦ ਪਿੱਛੇ ਉਸੇ ਤਰ੍ਹਾਂ ਲਿਖਾਂਗੇ ਜਮ੍ਹਾਂ 9। 125 ਅਤੇ 20 ਦਾ ਜੋੜ ਬਣਦਾ ਹੈ 145। ਇਸ ਤੋਂ ਬਾਅਦ 9 ਨੂੰ ਉਸੇ ਤਰ੍ਹਾਂ ਪਿੱਛੇ ਲਿਖਾਂਗੇ ਜਮ੍ਹਾਂ 9 ਅਤੇ ਅਖੀਰ ਦੇ ਵਿੱਚ 145 ਅਤੇ 9 ਦਾ ਜੋੜ ਕਰਾਂਗੇ ਤਾਂ ਇਸ ਦਾ ਉੱਤਰ ਆਉਂਦਾ ਹੈ 154। ਇਸ ਲਈ 125 ਅਤੇ 29 ਦਾ ਜੋੜ ਹੋਇਆ 154। ਇਸ ਤੋਂ ਅੱਗੇ ਹੈ 2 ਸੰਖਿਆਵਾਂ ਨੂੰ ਤੋੜ ਕੇ। ਤਾਂ ਇੱਥੇ ਬੱਚਿਓ ਅਸੀਂ ਸਾਨੂੰ ਜੋੜ ਲਈ ਦਿੱਤੀਆਂ ਹੋਈਆਂ 2 ਸੰਖਿਆਵਾਂ ਨੂੰ ਤੋੜ ਕੇ ਉਹਨਾਂ ਦਾ ਜੋੜ ਕਰਨਾ ਸਿੱਖਾਂਗੇ। ਇਹਨਾਂ ਸਵਾਲਾਂ ਨੂੰ ਸਿੱਖਣ ਲਈ ਅੱਗੇ ਸਾਨੂੰ ਕੁਝ ਸਵਾਲ ਹੱਲ ਕਰਕੇ ਦਿੱਤੇ ਹਨ। ਆਓ ਇਹਨਾਂ ਨੂੰ ਸਮਝਦੇ ਹਾਂ। ਸਵਾਲ ਨੰਬਰ 1, 56 ਜਮ੍ਹਾਂ 35। ਤਾਂ ਇੱਥੇ ਬੱਚਿਓ ਅਸੀਂ ਇਹਨਾਂ 2 ਸੰਖਿਆਵਾਂ ਦਾ ਜੋੜ ਕਰਨ ਲਈ ਸਭ ਤੋਂ ਪਹਿਲਾਂ ਇਹਨਾਂ ਨੂੰ ਤੋੜ ਕੇ ਲਿਖਾਂਗੇ। ਜਿਵੇਂ ਕਿ ਇਧਰਲੇ ਪਾਸੇ ਲਿਖਿਆ ਹੈ 56, ਇਸ ਨੂੰ ਤੋੜ ਕੇ 2 ਸੰਖਿਆਵਾਂ ਬਣਦੀਆਂ ਹਨ 50 ਅਤੇ 6। ਇਸੇ ਤਰ੍ਹਾਂ ਹੀ ਅਗਲੀ ਸੰਖਿਆ 35 ਨੂੰ ਤੋੜ ਕੇ 2 ਸੰਖਿਆਵਾਂ ਬਣਦੀਆਂ ਹਨ 30 ਅਤੇ 5। ਇਸ ਤੋਂ ਬਾਅਦ ਸਵਾਲ ਨੂੰ ਹੱਲ ਕਰਨ ਲਈ ਅਸੀਂ ਇਹਨਾਂ ਸੰਖਿਆਵਾਂ ਨੂੰ ਇਸ ਤਰ੍ਹਾਂ ਲਿਖਾਂਗੇ 50 ਜਮ੍ਹਾਂ 6 ਜਮ੍ਹਾਂ 30 ਜਮ੍ਹਾਂ 5। ਇਸ ਤੋਂ ਬਾਅਦ ਅਸੀਂ ਵੱਡੀਆਂ ਸੰਖਿਆਵਾਂ 50 ਅਤੇ 30 ਦਾ ਪਹਿਲਾਂ ਜੋੜ ਕਰਨ ਲਈ ਇਹਨਾਂ ਨੂੰ ਇਸ ਤਰ੍ਹਾਂ ਲਿਖਾਂਗੇ 50 ਜਮ੍ਹਾਂ 30 ਅਤੇ ਪਿੱਛੇ ਛੋਟੀਆਂ ਸੰਖਿਆਵਾਂ ਲਿਖਾਂਗੇ ਜਮ੍ਹਾਂ 6 ਜਮ੍ਹਾਂ 5। ਇਸ ਤੋਂ ਬਾਅਦ ਅਸੀਂ 50 ਅਤੇ 30 ਦਾ ਜੋੜ ਕਰਕੇ ਲਿਖਾਂਗੇ 80 ਅਤੇ ਪਿਛਲੀਆਂ ਸੰਖਿਆਵਾਂ 6 ਅਤੇ 5 ਦਾ ਜੋੜ ਕਰਕੇ ਲਿਖਾਂਗੇ 11 ਅਤੇ ਅਖੀਰ ਦੇ ਵਿੱਚ 80 ਜਮ੍ਹਾਂ 11 ਦਾ ਜੋੜ ਕਰਕੇ ਲਿਖਾਂਗੇ 91। ਇਸ ਤਰ੍ਹਾਂ
ਦੋ ਸੰਖਿਆਵਾਂ 56 ਅਤੇ 35 ਦਾ ਜੋੜ ਬਣਦਾ ਹੈ 91। ਆਓ ਹੁਣ ਅੱਗੇ ਚੱਲਦੇ ਹਾਂ। ਇਸ ਤੋਂ ਬਾਅਦ ਅਗਲਾ ਸਵਾਲ ਹੈ 108 ਜਮਾ 85। ਇਹਨਾਂ ਦੋ ਸੰਖਿਆਵਾਂ ਦਾ ਜੋੜ ਕਰਨ ਲਈ ਅਸੀਂ ਇਹਨਾਂ ਦੋਵਾਂ ਸੰਖਿਆਵਾਂ ਨੂੰ ਤੋੜ ਕੇ ਲਿਖਾਂਗੇ। ਇਧਰਲੇ ਪਾਸੇ ਲਿਖ ਕੇ ਦਿਖਾਇਆ ਹੈ 108। ਇਸ ਨੂੰ ਦੋ ਟੁਕੜੇ 100 ਅਤੇ 8 ਦੇ ਵਿੱਚ ਵੰਡ ਸਕਦੇ ਹਾਂ। ਇਸੇ ਤਰ੍ਹਾਂ ਹੀ ਦੂਸਰੀ ਸੰਖਿਆ 85 ਨੂੰ ਦੋ ਟੁਕੜੇ 80 ਅਤੇ 5 ਦੇ ਵਿੱਚ ਵੰਡ ਸਕਦੇ ਹਾਂ। ਇਸ ਤੋਂ ਬਾਅਦ ਸਵਾਲ ਨੂੰ ਹੱਲ ਕਰਨ ਲਈ ਇਹਨਾਂ ਸੰਖਿਆਵਾਂ ਨੂੰ ਇਸ ਤਰ੍ਹਾਂ ਲਿਖਾਂਗੇ 100 ਜਮਾ 8 ਜਮਾ 80 ਜਮਾ 5। ਇਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਵੱਡੀਆਂ ਸੰਖਿਆਵਾਂ 100 ਅਤੇ 80 ਦਾ ਪਹਿਲਾਂ ਜੋੜ ਕਰਨ ਲਈ ਇਹਨਾਂ ਨੂੰ ਇਸ ਤਰ੍ਹਾਂ ਲਿਖਾਂਗੇ 100 ਜਮਾ 80 ਅਤੇ ਪਿਛਲੇ ਪਾਸੇ ਛੋਟੀਆਂ ਸੰਖਿਆਵਾਂ ਨੂੰ ਲਿਖਾਂਗੇ ਜਮਾ 8 ਜਮਾ 5। ਇਸ ਤੋਂ ਬਾਅਦ 100 ਅਤੇ 80 ਦਾ ਜੋੜ ਬਣਦਾ ਹੈ 180 ਅਤੇ 8 ਤੇ 5 ਦਾ ਜੋੜ ਬਣਦਾ ਹੈ 13 ਅਤੇ ਅਖੀਰ ਦੇ ਵਿੱਚ 180 ਅਤੇ 13 ਦਾ ਜੋੜ ਕਰਕੇ ਹੇਠਾਂ ਲਿਖਾਂਗੇ 193। ਇਸ ਤਰ੍ਹਾਂ 108 ਜਮਾ 85 ਦਾ ਜੋੜ ਬਣਦਾ ਹੈ 193। ਆਓ ਹੁਣ ਅੱਗੇ ਚੱਲਦੇ ਹਾਂ। ਇਸ ਤੋਂ ਅੱਗੇ ਜੋੜ ਕਰਨ ਦਾ ਇੱਕ ਹੋਰ ਤਰੀਕਾ ਹੈ 10-10 ਦੇ ਜੋੜੇ ਬਣਾ ਕੇ। ਇੱਥੇ ਅਸੀਂ ਦਿੱਤੀਆਂ ਹੋਈਆਂ ਦੋ ਸੰਖਿਆਵਾਂ ਦੇ ਵਿੱਚੋਂ ਕਿਸੇ ਵੀ ਇੱਕ ਸੰਖਿਆ ਦੇ 10-10 ਦੇ ਟੋਟੇ ਬਣਾ ਕੇ ਜੋੜ ਕਰਨਾ ਸਿੱਖਾਂਗੇ। ਇੱਥੇ ਉਦਾਹਰਨ ਦੇ ਵਜੋਂ ਸਵਾਲ ਹੱਲ ਕਰਕੇ ਦਿਖਾਏ ਗਏ ਹਨ। ਆਓ ਇਹਨਾਂ ਨੂੰ ਸਮਝਦੇ ਹਾਂ। ਸਭ ਤੋਂ ਪਹਿਲਾ ਸਵਾਲ 67 ਜਮਾ 26। ਇਸ ਸਵਾਲ ਨੂੰ ਹੱਲ ਕਰਨ ਲਈ ਇਹਨਾਂ ਦੇ ਵਿੱਚੋਂ ਛੋਟੀ ਸੰਖਿਆ 26 ਨੂੰ 10-10 ਦੇ ਜੋੜੇ ਬਣਾ ਕੇ ਲਿਖਾਂਗੇ। ਜਿਵੇਂ ਕਿ ਇਧਰਲੇ ਪਾਸੇ ਲਿਖਿਆ ਹੈ 26। ਇਸ ਸੰਖਿਆ ਦੇ ਵਿੱਚੋਂ 10-10 ਦੇ ਦੋ ਟੋਟੇ ਬਣਦੇ ਹਨ ਅਤੇ ਬਾਕੀ ਬਚਦਾ ਹੈ 6। ਇਸ ਤੋਂ ਬਾਅਦ ਸਵਾਲ ਨੂੰ ਹੱਲ ਕਰਨ ਲਈ ਅਸੀਂ ਇਸ ਤਰ੍ਹਾਂ ਲਿਖਾਂਗੇ 67 ਜਮਾ 10 ਜਮਾ 10 ਜਮਾ 6। ਇਸ ਤੋਂ ਬਾਅਦ ਵਿੱਚ ਸੰਖਿਆ 67 ਦੇ ਵਿੱਚ 10 ਜੋੜ ਗਏ ਤਾਂ ਸੰਖਿਆ ਬਣਦੀ ਹੈ 77। 77 ਦੇ ਵਿੱਚ 10 ਜੋੜ ਗਏ 87। 87 ਦੇ ਵਿੱਚ ਬਾਕੀ ਰਹਿੰਦਾ 6 ਜੋੜ ਦਈਏ ਤਾਂ ਸੰਖਿਆ ਬਣਦੀ ਹੈ 93। ਤਾਂ ਇਸ ਤਰ੍ਹਾਂ ਦੋ ਸੰਖਿਆਵਾਂ 67 ਅਤੇ 26 ਦਾ ਜੋੜ ਬਣਦਾ ਹੈ 93। ਇਸੇ ਤਰ੍ਹਾਂ ਹੀ ਅਗਲਾ ਸਵਾਲ ਹੈ 148 ਜਮਾ 37। ਇਸ ਸਵਾਲ ਨੂੰ ਹੱਲ ਕਰਨ ਲਈ ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚੋਂ ਛੋਟੀ ਸੰਖਿਆ 37 ਨੂੰ 10-10 ਦੇ ਜੋੜੇ ਬਣਾ ਕੇ ਲਿਖਾਂਗੇ। ਜਿਵੇਂ ਕਿ ਇਧਰਲੇ ਪਾਸੇ ਲਿਖਿਆ ਹੈ 37। ਇਸ ਸੰਖਿਆ ਦੇ ਵਿੱਚੋਂ 10-10 ਦੇ 3 ਟੋਟੇ ਬਣਦੇ ਹਨ ਅਤੇ ਬਾਕੀ ਬਚਦਾ ਹੈ 7। ਇਸ ਤੋਂ ਬਾਅਦ ਸਵਾਲ ਨੂੰ ਹੱਲ ਕਰਨ ਲਈ ਅਸੀਂ ਇਸ ਤਰ੍ਹਾਂ ਲਿਖਾਂਗੇ 148 ਜਮਾ 10 ਜਮਾ 10 ਜਮਾ 10 ਜਮਾ 7। ਇਸ ਤੋਂ ਬਾਅਦ 148 ਦੇ ਵਿੱਚ 10 ਜੋੜੀਏ ਤਾਂ ਸੰਖਿਆ ਬਣਦੀ ਹੈ 158। 158 ਦੇ ਵਿੱਚ 10 ਜੋੜ ਗਏ 168। 168 ਦੇ ਵਿੱਚ 10 ਜੋੜ ਗਏ 178 ਤੇ 178 ਦੇ ਵਿੱਚ 7 ਜੋੜ ਗਏ 185। ਇਸ ਤਰ੍ਹਾਂ 148 ਅਤੇ 37 ਦਾ ਜੋੜ ਬਣਦਾ ਹੈ 185। ਆਓ ਹੁਣ ਅੱਗੇ ਚੱਲਦੇ ਹਾਂ। ਆਓ ਕਰੀਏ। ਕਿਰਿਆ ਨੰਬਰ 1। ਇੱਕ ਸੰਖਿਆ ਨੂੰ ਤੋੜ ਕੇ ਜੋੜਫਲ ਪਤਾ ਕਰੋ। ਤਾਂ ਇੱਥੇ ਬੱਚਿਓ ਅਸੀਂ ਹੇਠਾਂ ਦਿੱਤੇ ਹੋਏ ਸਵਾਲਾਂ ਦੇ ਵਿੱਚੋਂ ਕਿਸੇ ਵੀ ਇੱਕ ਸੰਖਿਆ ਨੂੰ ਤੋੜ ਕੇ ਇਹਨਾਂ ਦਾ ਜੋੜ ਕਰਨਾ ਸਿੱਖਾਂਗੇ। ਇਹਨਾਂ ਦੇ ਵਿੱਚ ਸਭ ਤੋਂ ਪਹਿਲਾ ਸਵਾਲ ਹੈ 46 ਜਮਾ 18। ਇਸ ਸਵਾਲ ਨੂੰ ਹੱਲ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਲਿਖਾਂਗੇ 46 ਅਤੇ ਪਿੱਛੇ ਵਾਲੇ 18 ਨੂੰ ਤੋੜ ਕੇ ਲਿਖਾਂਗੇ ਜਮਾ 10 ਜਮਾ 8।
ਇਸ ਤੋਂ ਬਾਅਦ 46 ਅਤੇ 10 ਦਾ ਜੋੜ ਕਰਕੇ ਲਿਖਾਂਗੇ 56 ਅਤੇ ਪਿੱਛੇ 8 ਨੂੰ ਉਸੇ ਤਰ੍ਹਾਂ ਲਿਖਾਂਗੇ ਜਮਾ 8। ਇਸ ਤੋਂ ਬਾਅਦ 56 ਤੇ 8 ਦਾ ਜੋੜ ਕਰਕੇ ਲਿਖਾਂਗੇ 64। ਇਸੇ ਤਰ੍ਹਾਂ ਹੀ ਅਗਲਾ ਸਵਾਲ ਹੈ 48 ਜਮਾ 29। ਇਸ ਸਵਾਲ ਨੂੰ ਹੱਲ ਕਰਨ ਲਈ ਸਭ ਤੋਂ ਪਹਿਲਾਂ ਲਿਖਾਂਗੇ 48 ਅਤੇ ਪਿਛਲੀ ਸੰਖਿਆ 29 ਨੂੰ ਤੋੜ ਕੇ ਲਿਖਾਂਗੇ ਜਮਾ 20 ਜਮਾ 9। ਇਸ ਤੋਂ ਬਾਅਦ 48 ਅਤੇ 20 ਦਾ ਜੋੜ ਕਰਕੇ ਲਿਖਾਂਗੇ 68 ਅਤੇ 9 ਨੂੰ ਉਸੇ ਤਰ੍ਹਾਂ ਪਿੱਛੇ ਲਿਖਾਂਗੇ ਜਮਾ 9। ਇਸ ਤੋਂ ਬਾਅਦ 68 ਅਤੇ 9 ਦਾ ਜੋੜ ਕਰਕੇ ਲਿਖਾਂਗੇ 77। ਇਸੇ ਤਰ੍ਹਾਂ ਹੀ ਇਸ ਤੋਂ ਅਗਲਾ ਸਵਾਲ ਹੈ 40 ਜਮਾ 20। ਇਸ ਸਵਾਲ ਨੂੰ ਹੱਲ ਕਰਨ ਲਈ ਅਸੀਂ 40 ਨੂੰ ਉਸੇ ਤਰ੍ਹਾਂ ਲਿਖਾਂਗੇ 40 ਅਤੇ ਪਿਛਲੇ 20 ਨੂੰ ਅਸੀਂ ਤੋੜ ਕੇ ਇਸ ਤਰ੍ਹਾਂ ਲਿਖ ਸਕਦੇ ਹਾਂ ਜਮਾ 20 ਜਮਾ 0, ਕਿਉਂਕਿ 20 ਦੇ ਵਿੱਚ ਹਨ 2 ਦਹਾਈਆਂ ਅਤੇ 0 ਇਕਾਈ। ਇਸ ਤੋਂ ਬਾਅਦ 40 ਅਤੇ 20 ਦਾ ਜੋੜ ਕਰਕੇ ਲਿਖਾਂਗੇ 60 ਅਤੇ 0 ਨੂੰ ਉਸੇ ਤਰ੍ਹਾਂ ਪਿੱਛੇ ਲਿਖਾਂਗੇ ਜਮਾ 0। ਇਸ ਤੋਂ ਬਾਅਦ 60 ਅਤੇ 0 ਦਾ ਜੋੜ ਬਣਦਾ ਹੈ 60। ਇਸੇ ਤਰ੍ਹਾਂ ਹੀ ਇਸ ਤੋਂ ਅਗਲਾ ਸਵਾਲ ਹੈ 76 ਜਮਾ 40। ਇਹਨਾਂ ਦੇ ਵਿੱਚੋਂ ਅਸੀਂ 76 ਨੂੰ ਤੋੜ ਕੇ ਲਿਖਾਂਗੇ 70 ਜਮਾ 6 ਅਤੇ ਪਿੱਛੇ ਵਾਲੇ 40 ਨੂੰ ਉਸੇ ਤਰ੍ਹਾਂ ਲਿਖਾਂਗੇ ਜਮਾ 40। ਇਸ ਤੋਂ ਬਾਅਦ 70 ਅਤੇ 40 ਦਾ ਜੋੜ ਕਰਕੇ ਲਿਖਾਂਗੇ 110 ਅਤੇ 6 ਨੂੰ ਉਸੇ ਤਰ੍ਹਾਂ ਪਿੱਛੇ ਲਿਖਾਂਗੇ ਜਮਾ 6। ਇਸ ਤੋਂ ਬਾਅਦ 110 ਅਤੇ 6 ਨੂੰ ਜੋੜ ਕੇ ਲਿਖਾਂਗੇ 116। ਇਸ ਤਰ੍ਹਾਂ ਦੋ ਸੰਖਿਆਵਾਂ 76 ਅਤੇ 40 ਦਾ ਜੋੜ ਬਣਦਾ ਹੈ 116। ਇਸ ਤੋਂ ਬਾਅਦ ਅਗਲਾ ਸਵਾਲ ਹੈ 92 ਜਮਾ 18। ਇਸ ਸਵਾਲ ਨੂੰ ਹੱਲ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਲਿਖਾਂਗੇ 92 ਅਤੇ ਇਸ ਤੋਂ ਬਾਅਦ ਪਿੱਛੇ ਵਾਲੇ 18 ਨੂੰ ਤੋੜ ਕੇ ਲਿਖਾਂਗੇ ਜਮਾ 10 ਜਮਾ 8। ਇਸ ਤੋਂ ਬਾਅਦ 92 ਅਤੇ 10 ਦਾ ਜੋੜ ਕਰਕੇ ਲਿਖਾਂਗੇ 102 ਅਤੇ 8 ਨੂੰ ਉਸੇ ਤਰ੍ਹਾਂ ਪਿੱਛੇ ਲਿਖਾਂਗੇ ਜਮਾ 8। ਇਸ ਤੋਂ ਬਾਅਦ 102 ਅਤੇ 8 ਦਾ ਜੋੜ ਲਿਖਾਂਗੇ 110। ਇਸ ਤਰ੍ਹਾਂ 92 ਅਤੇ 18 ਦਾ ਜੋੜ ਬਣਦਾ ਹੈ 110। ਇਸ ਤੋਂ ਬਾਅਦ ਅਗਲਾ ਸਵਾਲ ਹੈ 33 ਜਮਾ 44 ਅਤੇ ਪਿੱਛੇ ਵਾਲੇ 44 ਨੂੰ ਤੋੜ ਕੇ ਲਿਖਾਂਗੇ ਜਮਾ 40 ਜਮਾ 4। ਇਸ ਤੋਂ ਬਾਅਦ 33 ਅਤੇ 40 ਦਾ ਜੋੜ ਕਰਕੇ ਲਿਖਾਂਗੇ 73 ਅਤੇ 4 ਨੂੰ ਉਸੇ ਤਰ੍ਹਾਂ ਪਿੱਛੇ ਲਿਖਾਂਗੇ ਜਮਾ 4। ਇਸ ਤੋਂ ਬਾਅਦ 73 ਅਤੇ 4 ਦਾ ਜੋੜ ਕਰਕੇ ਲਿਖਾਂਗੇ 77। ਇਸ ਤਰ੍ਹਾਂ ਦੋ ਸੰਖਿਆਵਾਂ 33 ਅਤੇ 44 ਦਾ ਜੋੜ ਬਣਦਾ ਹੈ 77। ਆਓ ਹੁਣ ਅੱਗੇ ਚੱਲਦੇ ਹਾਂ। ਇਸ ਤੋਂ ਅਗਲਾ ਸਵਾਲ ਹੈ 104 ਜਮਾ 30। ਇਸ ਸਵਾਲ ਨੂੰ ਹੱਲ ਕਰਨ ਲਈ ਅਸੀਂ 104 ਨੂੰ ਤੋੜ ਕੇ ਲਿਖਾਂਗੇ 100 ਜਮਾ 4 ਅਤੇ 30 ਨੂੰ ਉਸੇ ਤਰ੍ਹਾਂ ਪਿੱਛੇ ਲਿਖਾਂਗੇ ਜਮਾ 30। ਇਸ ਤੋਂ ਬਾਅਦ 100 ਅਤੇ 30 ਦਾ ਜੋੜ ਕਰਕੇ ਲਿਖਾਂਗੇ 130 ਅਤੇ 4 ਨੂੰ ਉਸੇ ਤਰ੍ਹਾਂ ਪਿੱਛੇ ਲਿਖਾਂਗੇ ਜਮਾ 4। ਇਸ ਤੋਂ ਬਾਅਦ 130 ਅਤੇ 4 ਦਾ ਜੋੜ ਕਰਕੇ ਲਿਖਾਂਗੇ 134। ਇਸ ਤਰ੍ਹਾਂ ਦੋ ਸੰਖਿਆਵਾਂ 104 ਅਤੇ 30 ਦਾ ਜੋੜ ਬਣਦਾ ਹੈ 134।
ਇਸ ਤੋਂ ਅਗਲਾ ਸਵਾਲ ਹੈ 316 ਜਮ੍ਹਾਂ 22। ਇਸ ਸਵਾਲ ਨੂੰ ਹੱਲ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਲਿਖਾਂਗੇ 316 ਅਤੇ ਇਸ ਤੋਂ ਬਾਅਦ ਪਿੱਛੇ ਵਾਲੀ ਸੰਖਿਆ 22 ਨੂੰ ਤੋੜ ਕੇ ਲਿਖਾਂਗੇ ਜਮ੍ਹਾਂ 20 ਜਮ੍ਹਾਂ 2। ਇਸ ਤੋਂ ਬਾਅਦ 316 ਤੇ 20 ਨੂੰ ਜੋੜ ਕੇ ਲਿਖਾਂਗੇ 336 ਅਤੇ ਪਿੱਛੇ ਵਾਲੇ 2 ਨੂੰ ਉਸੇ ਤਰ੍ਹਾਂ ਲਿਖਾਂਗੇ ਜਮ੍ਹਾਂ 2। ਇਸ ਤੋਂ ਬਾਅਦ 336 ਅਤੇ 2 ਨੂੰ ਜੋੜ ਕੇ ਲਿਖਾਂਗੇ 338। ਇਸ ਤਰ੍ਹਾਂ ਦੋ ਸੰਖਿਆਵਾਂ 316 ਅਤੇ 22 ਦਾ ਜੋੜ ਬਣਦਾ ਹੈ 338। ਇਸ ਤੋਂ ਅਗਲਾ ਸਵਾਲ ਹੈ 526 ਜਮ੍ਹਾਂ 47। ਇਸ ਸਵਾਲ ਨੂੰ ਹੱਲ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਲਿਖਾਂਗੇ 526 ਅਤੇ 47 ਨੂੰ ਤੋੜ ਕੇ ਲਿਖਾਂਗੇ ਜਮ੍ਹਾਂ 40 ਜਮ੍ਹਾਂ 7। ਇਸ ਤੋਂ ਬਾਅਦ 526 ਅਤੇ 40 ਦਾ ਜੋੜ ਕਰਕੇ ਲਿਖਾਂਗੇ 566 ਅਤੇ 7 ਨੂੰ ਉਸੇ ਤਰ੍ਹਾਂ ਪਿੱਛੇ ਲਿਖਾਂਗੇ ਜਮ੍ਹਾਂ 7। ਇਸ ਤੋਂ ਬਾਅਦ 566 ਅਤੇ 7 ਦਾ ਜੋੜ ਕਰਕੇ ਲਿਖਾਂਗੇ 573। ਇਸ ਤਰ੍ਹਾਂ ਦੋ ਸੰਖਿਆਵਾਂ 526 ਅਤੇ 47 ਦਾ ਜੋੜ ਬਣਦਾ ਹੈ 573। ਤਾਂ ਇਸ ਦੇ ਨਾਲ ਹੀ ਬੱਚਿਓ ਅੱਜ ਦੇ ਕੰਮ ਨੂੰ ਇੱਥੇ ਖਤਮ ਕਰਦੇ ਹਾਂ। ਉਮੀਦ ਹੈ ਤੁਹਾਨੂੰ ਇੱਥੋਂ ਤੱਕ ਦੀਆਂ ਕਿਰਿਆਵਾਂ ਸਮਝ ਆ ਗਈਆਂ ਹੋਣਗੀਆਂ। ਤੁਸੀਂ ਇਹਨਾਂ ਨੂੰ ਆਪਣੀ ਕਿਤਾਬ ਦੇ ਵਿੱਚ ਦਿੱਤੀ ਹੋਈ ਜਗ੍ਹਾ ਅਤੇ ਕਾਪੀ ਤੇ ਕਰਦੇ ਹੋਏ ਇਹਨਾਂ ਦਾ ਅਭਿਆਸ ਕਰੋ। ਧੰਨਵਾਦ ਬੱਚਿਓ।